ਅਸੀਂ ਜਿਹੜੀ ਜਗ੍ਹਾ ਤੋਂ ਜਿਹਦੇ ਬਾਰੇ ਅਸੀਂ ਸੋਚਦੇ ਹਾਂ ਉਹਨੂੰ ਤਾਂ ਛੱਡ ਆਏ ਹਾਂ, ਤੇ ਕੀ ਕਿ ਅਸੀਂ ਉਹਨਾਂ ਨਾਲ ਉੱਥੋਂ ਦੀ ਧਰਤੀ ਨਾਲ ਵੀ ਇਮਾਨਦਾਰੀ ਕੀਤੀ ਕਿ ਨਹੀਂ ਕੀਤੀ। ਅਸੀਂ ਛੱਡ ਕਿਉਂ ਆਏ, ਬਹੁਤ ਵੱਡਾ ਸਵਾਲ ਹੈ। ਅੱਜ ਵੀ ਲੋਕ ਕਿਉਂ ਛੱਡ ਰਹੇ ਨੇ? ਕਿਉਂਕਿ ਉੱਥੇ ਜੋ ਕੁਝ ਮਿਲਣਾ ਚਾਹੀਦਾ ਸੀ ਉਹ ਸਰਕਾਰਾਂ ਨੇ ਸਾਨੂੰ ਦਿੱਤਾ ਨਾ। ਜਿਹੜੀ ਚੀਜ਼ ਜੜ੍ਹਾਂ ਨਾਲ ਜੁੜੀ ਨਹੀਂ ਰਹਿੰਦੀ, ਉਹ ਭਾਵੇਂ ਕੋਈ ਬੂਟਾ ਹੋਵੇ, ਪੌਦਾ ਹੋਵੇ, ਸੁੱਕ ਜਾਂਦਾ। ਸਾਡਾ ਜੜ੍ਹਾਂ ਨਾਲ ਜੁੜੇ ਰਹਿਣਾ ਮੇਰਾ ਖਿਆਲ ਲਾਜ਼ਮੀ ਹੈ। ਕੈਨੇਡਾ ਦੇ ਵਿੱਚ ਤੇ ਕਿਸੇ ਦੀ ਕੋਈ ਮੋਨੋਪੋਲੀ ਨਹੀਂ ਹੈਗੀ। ਸਾਡੇ ਵੀ ਲੋਕ ਹੁਣ ਤਕਰੀਬਨ ਮਿਲੀਅਨ ਦੇ ਲੋਕ ਤੇ ਪਹੁੰਚ ਗਏ ਨੇ, ਤੇ ਉਹਦੇ ਵਿੱਚੋਂ ਵੀ ਸਾਡੇ ਲੋਕਾਂ ਦਾ ਹਰ ਜਗ੍ਹਾ ਦਾ ਹਿੱਸਾ ਹੈਗਾ। ਸਾਨੂੰ ਜਿਹੜਾ ਨਾ ਰਿਸਪੈਕਟਫੁਲੀ ਥਾਂ ਖਾਲੀ ਕਰਨੀ ਪੈਂਦੀ ਹੈ, ਤੇ ਉਹ ਸਾਡੇ ਵਿੱਚ ਅਸੀਂ ਇੱਥੋਂ ਸਿੱਖਿਆ। ਉੱਥੇ ਮੈਂ ਦੇਖਿਆ ਵੀ ਉਹ ਜਗ੍ਹਾ ਆਪਣੀ ਛੱਡਦੇ ਨੇ, ਉਹਨਾਂ ਨੂੰ ਚਾਹੇ ਕੁਰਸੀ ਨੂੰ ਬਿਲਕੁਲ ਜੱਫਾ ਮਾਰ ਕੇ ਬੈਠ ਜਾਂਦੇ ਨੇ ਵੀ ਜਿਹੜਾ ਨਾ ਇਹ ਸਾਡੇ ਵਾਸਤੇ ਇਹ ਆ। ਸੋ ਇਸ ਕਰਕੇ ਇਹ ਵੀ ਇੱਕ ਇਸ਼ੂ ਬੜਾ ਵੱਡਾ। ਵਿਚਾਰਧਾਰਾ ਕੋਈ ਨਹੀਂ, ਨਚਾਰਧਾਰਾ ਬਣ ਗਈ, ਨੱਚਦੇ ਫਿਰਦੇ ਆ। ਪੰਜਾਬੀ ਆਊਟਸਾਈਡ ਬੈਠੇ ਨੇ, ਖਾਸ ਕਰਕੇ ਕੈਨੇਡਾ ਦੀ ਗੱਲ ਕਰਦੇ ਆ, ਉਹਨਾਂ ਦੇ ਬਾਰੇ ਕਿਸੇ ਦੀ ਗੱਲਬਾਤ ਨਹੀਂ ਹੋ ਰਹੀ। ਪਹਿਲਾਂ ਹੁੰਦਾ ਸੀ ਵੀ ਲੋਕ ਇੱਥੋਂ ਵੀ ਜਾਂਦੇ ਸੀ, ਬੜੀ ਪਾਰਟਿਸਪੇਸ਼ਨ ਸੀ। ਹੋ ਸਕਦਾ ਵੀ ਲੋਕੀ ਤੰਗ ਆ ਗਏ ਨੇ, ਅੱਕ ਗਏ ਨੇ, ਖਾਸ ਕਰਕੇ ਇਹ ਕੰਮ ਵੇਖ ਕੇ ਹੋ ਸਕਦਾ ਲੋਕੀ ਪਿੱਛੇ ਹਟ ਗਏ ਹੋ। ਇਹ ਨਹੀਂ ਪਤਾ ਵੀ ਚੋਰੀ ਜੇ ਕਿਸੇ ਨੂੰ ਕੋਈ ਪੈਸੇ ਭੇਜਦੇ ਪਏ ਨੇ, ਉਹ ਫੋਟੋ ਖਿਚਾ ਕੇ ਜੌਂ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ। ਇਹਦੇ ਫੋਟੋ ਕਿਸੇ ਹੋਰ ਮਕਸਦ ਨਾਲ ਹੈ, ਇੱਥੇ ਦੱਸੀ ਕਿਸੇ ਹੋਰ ਮਕਸਦ ਨਾਲ ਜਾਂਦੀ ਹੈ। ਮਕਸਦ ਨਾਲ ਜਾ ਰਹੀ। ਇੰਜੀਨੀਅਰਿੰਗ ਕਾਲਜਿਸ ਨੇ, ਮੈਡੀਕਲ ਕਾਲਜ ਨੇ, ਅਸੀਂ ਸਾਰੇ ਉੱਥੋਂ ਆਏ ਹਾਂ ਪੜ੍ਹ ਕੇ। ਜੇ ਤੁਸੀਂ ਗ੍ਰੇਡ 12 ਤੋਂ ਬਾਅਦ ਹੀ ਉੱਥੇ ਬੱਚੇ ਨਹੀਂ ਪੜ੍ਹਾ ਸਕਦੇ, ਦੈਟ ਮੀਨਸ ਸਿਸਟਮ ਨੂੰ ਤਾਂ ਤੁਸੀਂ ਠੀਕ ਨਹੀਂ ਕੀਤਾ। ਤੁਹਾਡੇ ਇੱਥੋਂ BC ਲਿਬਰਲ ਪਾਰਟੀ ਦੇ ਆਗੂ ਦੀ ਅਗਵਾਈ 'ਚ ਚੋਣਾਂ ਹਰੇ, ਨਾਲ ਦੀ ਨਾਲ ਅਸਤੀਫਾ। ਉਧਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਭਾਵੇਂ 118 ਮੈਂਬਰ ਪਾਰਲੀਮੈਂਟ ਜਿਤਾਏ, ਪਰ ਉਹ ਕਹਿੰਦੇ ਸਾਨੂੰ ਤੇਰੇ ਤੇ ਭਰੋਸਾ ਨਹੀਂ। ਕਾਂਗਰਸ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰੀਏ, ਉਹ ਹਾਰ ਜਾਣ ਜਿੱਤ ਜਾਣ। ਜਿਹੜੀ ਗੱਲ ਤੁਸੀਂ ਆਖੀ ਸੀ ਕਿ ਕੁਰਸੀ ਨੂੰ ਚੁੰਬੜੇ ਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਜੇ ਬਾਕੀ ਗੱਲਾਂ ਉਹ ਚਾਹੁੰਦੇ ਆ ਕਿ ਇੱਥੋਂ ਵਰਗਾ ਕਲਚਰ ਅਡਾਪਟ ਕਰ ਰਹੇ ਨੇ, ਇੱਥੇ ਆਰੇ ਸਾਰੇ ਤਿਉਹਾਰ ਮਨਾਉਣ ਲੱਗ ਪਏ ਆ, ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਸਿੱਖਣਾ ਚਾਹੀਦਾ? ਉਹ ਤਾਂ ਪੈਰਾਸ਼ੂਟ ਨਾਲੇ ਉਤਾਰੀ ਜਾਂਦੇ ਸਭ ਨੂੰ। ਇਹ ਜਾਪਦਾ ਕਿ ਜਿਹੜਾ 150-200 ਸਾਲ ਪਹਿਲਾਂ ਜਿਹੜੇ ਸੀ ਨਾ ਰਿਆਸਤਾਂ ਛੋਟੀਆਂ ਉਸ ਹਿਸਾਬ ਨਾਲ ਇਹ ਏਮ ਬਣ ਗਿਆ, ਪਰਿਵਾਰਵਾਦ ਹੋ ਗਿਆ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਇੱਕ ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੱਜ ਸਾਡੇ ਖਾਸ ਹੀ ਮਹਿਮਾਨ ਨੇ ਅਤੇ ਖਾਸ ਹੀ ਗੱਲਬਾਤ ਕਰਨੀ ਹੈ, ਕਿਉਂਕਿ ਦਿਨ ਸਿਰਫ ਗਿਣਤੀ ਦੇ ਹੈ। 20 ਫਰਵਰੀ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਵੋਟਰਾਂ ਨੇ EVM ਮਸ਼ੀਨਾਂ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਨੇ, ਵੱਖੋ ਵੱਖ ਪਾਰਟੀਆਂ ਤੇ ਕੁਝ ਆਜ਼ਾਦ, ਉਹਨਾਂ ਦੀਆਂ ਕਿਸਮਤਾਂ ਬੰਦ ਕਰ ਦੇਣੀਆਂ ਨੇ, ਤੇ ਫਿਰ 10 ਮਾਰਚ ਤੱਕ ਧੜਕਣਾਂ ਵਧੀਆਂ ਰਹਿਣਗੀਆਂ। ਭਾਵੇਂ ਅਸੀਂ ਪੰਜਾਬ ਤੋਂ ਬਹੁਤ ਦੂਰ ਕੈਨੇਡਾ ਵਰਗੇ ਖੂਬਸੂਰਤ ਮੁਲਕ ਵਿੱਚ ਰਹਿੰਦੇ ਹਾਂ, ਸਾਨੂੰ ਸੁਪਨੇ ਵੀ ਪੰਜਾਬ ਦੇ ਆਉਂਦੇ ਹੈ, ਖਾਸ ਕਰਕੇ ਜਿਹੜੇ ਉੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਵਿੱਚ ਆਇਆ NRIs, ਉਹਨਾਂ ਦੇ ਪੰਜਾਬ ਦੇ ਨਾਲ ਸੁਪਨੇ ਵੀ ਜੁੜੇ ਰਹਿੰਦੇ ਨੇ, ਤੇ ਜ਼ਮੀਨ ਜਾਇਦਾਦਾਂ ਵੀ ਉੱਥੇ ਨੇ, ਤੇ ਗਾਹੇ ਵਗਾਹੇ ਚੱਕਰ ਵੀ ਲਾਉਂਦੇ ਰਹਿੰਦੇ ਹੈ। ਤੇ ਉਹ ਕੀ ਮਹਿਸੂਸ ਕਰਦੇ ਹੈ? ਪੋਲੀਟੀਕਲ ਪਾਰਟੀ ਕੋਈ ਹੋਵੇ ਨਾ ਹੋਵੇ ਉਹਨਾਂ ਦੀ, ਪਰ ਮਹਿਸੂਸ ਜ਼ਰੂਰ ਕਰਦੇ ਆ ਕਿ ਕੌਣ ਜਿੱਤ ਜੇ ਕੌਣ ਹਾਰ ਜੇ, ਕਿਉਂਕਿ ਸਾਫ਼ ਸੁਥਰੇ ਪ੍ਰਸ਼ਾਸਨ ਵਿੱਚ ਰਹਿੰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਉੱਥੇ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੇਵੇ। ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਡਾਕਟਰ ਗੁਲਜ਼ਾਰ ਚੀਮਾ। ਇੱਥੇ ਰਾਜਨੀਤਿਕ ਸਫਾਂ ਦੇ ਵਿੱਚ ਵੀ ਸਤਿਕਾਰ ਹੈ ਅਤੇ ਭਾਈਚਾਰੇ ਵਿੱਚ ਵੀ। ਤੇ ਆਓ ਅੱਜ ਇਸ ਖਾਸ ਮੁਲਾਕਾਤ ਵਿੱਚ ਉਹਨਾਂ ਦਾ ਸਵਾਗਤ ਕਰੀਏ ਅਤੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਨਾਲ ਗੱਲਬਾਤ ਕਰੀਏ। ਡਾਕਟਰ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੇ ਸਮਝਦਾ ਵੀ ਤੁਹਾਡੇ ਨਾਲੋਂ ਜਾਂ ਐਕਸਪਰਟ ਇਸ ਕੰਮ 'ਚ ਕੋਈ ਨਹੀਂ। ਤੁਸੀਂ ਅਜੇ ਹੁਣੇ ਪੰਜਾਬ ਤੋਂ ਆਏ ਵਾਪਸ, ਤੇ ਮੇਰੇ ਤੋਂ ਜ਼ਿਆਦਾ ਲੋਕ ਵੀ ਸਿਆਣੇ ਬੈਠੇ ਨੇ ਜਿਨ੍ਹਾਂ ਦਾ ਜ਼ਿਆਦਾ ਐਕਸਪੀਰੀਅੰਸ ਹੈਗਾ, ਪਰ ਮੇਰੇ ਕੋਲੋਂ ਇੱਕ ਲੈਂਸ ਹੈਗਾ ਕਿ ਜਿਹੜਾ ਮੇਰਾ ਇੱਕ ਜਿਹੜਾ ਐਕਸਪੀਰੀਅੰਸ ਹੈ ਜਾਂ ਜਿਸ ਤਰੀਕੇ ਨਾਲ ਮੈਂ ਦੇਖਦਾ ਪਿਆ, ਉਹ ਇੱਕ ਓਪੀਨੀਅਨ, ਉਹ ਸਨੈਪਸ਼ਾਟ ਹੈ, ਪਰ ਉਹ ਹਿਸਟਰੀ ਬੇਸਡ ਹੈ।
ਵੀ ਜਿਹੜੀ ਸਾਡੀ ਹਿਸਟਰੀ ਉਸ ਮੁਲਕ ਵਿੱਚ 75 ਸਾਲ ਦੀ ਤਕਰੀਬਨ ਹੋਣ ਵਾਲੀ ਹੈ ਤੇ ਇਸ ਸਾਲ 'ਚ ਵੀ 110 ਸਾਲ ਦੀ ਹੈ ਤੇ ਉਹਦੇ 110 ਸਾਲਾਂ ਦੇ ਵਿੱਚ ਮੈਂ ਤੇ 40-41 ਸਾਲ ਤੇ ਮੇਰੀ ਹੋ ਗਈ ਹੈ। ਮੇਰੇ ਵਰਗੇ ਬਹੁਤ ਲੋਕ ਨੇ ਜਿਹੜੇ ਇੱਥੋਂ ਦੇ ਅਸੀਂ ਇਸ ਮੁਲਕ ਦੇ ਹਾਂ ਹੁਣ ਜੀ, ਪਰ ਜਿਹੜਾ ਪਿਛੋਕੜ ਹੈ ਉਹਦਾ ਧਿਆਨ ਜ਼ਰੂਰ ਹੁੰਦਾ ਕਿਉਂਕਿ ਟਾਈਮ ਟੂ ਟਾਈਮ ਜਿਹੜਾ ਇੱਕ ਤੇ ਸਾਡੀਆਂ ਜੁੜੀਆਂ ਨੇ ਭਾਵਨਾਵਾਂ ਜੀ, ਦੂਜੀਆਂ ਜਿਹੜੀ ਸਾਡੀ ਹੈ ਨਾ ਜਿੱਥੇ ਤੁਸੀਂ ਕੋਈ 20-15-20 ਸਾਲ ਲਾਏ ਹੋਣ ਉਹ ਤੁਹਾਨੂੰ ਗਲੀਆਂ ਦਾ ਤੁਹਾਨੂੰ ਪਿੰਡ ਦਾ ਰਿਸ਼ਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਇੰਸਟੀਟਿਊਸ਼ਨਸ ਦਾ ਹਮੇਸ਼ਾ ਖਿਆਲ ਰਹਿੰਦਾ। ਉਹ ਇਕੱਲਾ ਅਸੀਂ ਨਹੀਂ ਇਕੱਲੇ ਪੰਜਾਬੀ ਨਹੀਂ ਧਿਆਨ ਰੱਖਦੇ ਕੈਨੇਡਾ ਵਿੱਚ ਜਿੰਨੇ ਵੀ ਲੋਕ ਕੈਨੇਡਾ ਵਿੱਚ ਆਏ ਨੇ ਕਿਸੇ ਵੀ ਮੁਲਕ ਤੋਂ ਉਹ ਆਪਣੇ ਜਿਹੜੇ ਜਿੱਥੋਂ ਉਹਨਾਂ ਦਾ ਪਿਛੋਕੜ ਹੈ ਉੱਥੇ ਧਿਆਨ ਰੱਖਦੇ ਨੇ। ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਹੁਣ ਰਾਈਟ ਨਾਓ ਜਿਸ ਤਰ੍ਹਾਂ ਕਿ ਯੂਕਰੇਨ ਵਿੱਚ ਜੋ ਕੁਛ ਹੋ ਰਿਹਾ ਆਲੇ ਦੁਆਲੇ ਉੱਥੋਂ ਦੇ ਲੋਕ ਧਿਆਨ ਰੱਖਦੇ ਪਏ ਨੇ। ਜਿਹੜੇ ਕਦੀ ਕੋਈ ਸਾਊਥ ਅਫਰੀਕਾ 'ਚ ਗੱਲ ਹੁੰਦੀ ਹੈ ਕੋਈ ਕਿਤੇ ਵੀ ਗੱਲ ਹੁੰਦੀ ਹੈ ਮਿਡਲ ਈਸਟ 'ਚ ਹੋਏ ਯੂਰਪ ਦੇ ਵਿੱਚ ਹੋਏ ਸੋ ਇਸ ਕਰਕੇ ਅਸੀਂ ਯੂਨੀਕ ਨਹੀਂ। ਇਹ ਨਹੀਂ ਵੀ ਕਈ ਵਾਰੀ ਸਾਨੂੰ ਲੋਕ ਕਹਿੰਦੇ ਨੇ ਜੀ ਤੁਸੀਂ ਆਪਣੇ ਬਾਰੇ ਕਿਉਂ ਗੱਲ ਕਰਦੇ ਆਪਣੇ ਬਾਰੇ ਨਹੀਂ ਗੱਲ ਕਰਦੇ ਅਸੀਂ ਆਪਣੇ ਆਪ ਨੂੰ ਜਿਹੜਾ ਨਾ ਬਾਕੀਆਂ ਵਾਂਗੂ ਅਸੀਂ ਵੀ ਚਾਹੁੰਦੇ ਹਾਂ ਵੀ ਜਿੱਥੋਂ ਅਸੀਂ ਆਏ ਹਾਂ ਸਿਸਟਮ ਦੇ ਬਾਰੇ ਪਤਾ ਹੋਏ ਪਰ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਕੋਈ ਗਾਈਡ ਕਰ ਸਕਦੇ ਹਾਂ ਕਿਉਂਕਿ ਅਸੀਂ ਤੇ ਜੇ ਸਾਨੂੰ ਇੰਨਾ ਹੀ ਸਾਨੂੰ ਪਿਆਰ ਸਤਿਕਾਰ ਸੀ ਅਸੀਂ ਤਾਂ ਆਪ ਛੱਡ ਆਏ ਹਾਂ। ਸੋ ਦੈਟ ਮੀਨਸ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ। ਅਸੀਂ ਜਿਹੜੀ ਜਗ੍ਹਾ ਤੋਂ ਜਿਹਦੇ ਬਾਰੇ ਅਸੀਂ ਸੋਚਦੇ ਹਾਂ ਉਹਨੂੰ ਤਾਂ ਛੱਡ ਆਏ ਹਾਂ ਤੇ ਕੀ ਕਿ ਅਸੀਂ ਉਹਨਾਂ ਨਾਲ ਉੱਥੋਂ ਦੀ ਧਰਤੀ ਨਾਲ ਵੀ ਇਮਾਨਦਾਰੀ ਕੀਤੀ ਕਿ ਨਹੀਂ ਕੀਤੀ। ਡਾਕਟਰ ਸਾਹਿਬ ਇਹਦਾ ਦੂਸਰਾ ਪੱਖ ਵੀ ਹੈ ਅਸੀਂ ਛੱਡ ਕਿਉਂ ਆਏ ਬਹੁਤ ਵੱਡਾ ਸਵਾਲ ਹੈ। ਅੱਜ ਵੀ ਲੋਕ ਕਿਉਂ ਛੱਡ ਰਹੇ ਨੇ ਕਿਉਂਕਿ ਉੱਥੇ ਜੋ ਕੁਝ ਮਿਲਣਾ ਚਾਹੀਦਾ ਸੀ ਉਹ ਸਰਕਾਰਾਂ ਨੇ ਸਾਨੂੰ ਦਿੱਤਾ ਨਾ। ਅਸੀਂ ਦੂਸਰੇ ਮੁਲਕ ਚੋਂ ਇੱਥੇ ਉਜੜ ਕੇ ਕਹੀਏ ਜਾਂ ਪ੍ਰਵਾਸ ਕਰਕੇ ਆਏ ਪਰ ਇੱਥੋਂ ਦੀਆਂ ਸਰਕਾਰਾਂ ਨੇ ਬਰਾਬਰ ਦਾ ਸਾਨੂੰ ਹੱਕ ਦਿੱਤਾ। ਤੁਹਾਡੇ ਵਰਗੇ ਬੰਦੇ ਕਿੰਨੀ ਵਾਰੀ ਵਿਧਾਇਕ ਬਣੇ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਜਾ ਕੇ ਬੈਠੇ ਤੇ ਅੱਜ ਵੀ ਬੈਠੇ ਹੈ ਪਰ ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਕ ਨਹੀਂ ਬਿਲਕੁਲ ਜਿਹੜੀ ਚੀਜ਼ ਜੜ੍ਹਾਂ ਨਾਲ ਜੁੜੀ ਨਹੀਂ ਰਹਿੰਦੀ ਉਹ ਭਾਵੇਂ ਕੋਈ ਬੂਟਾ ਹੋਵੇ ਪੌਦਾ ਹੋਵੇ ਸੁੱਕ ਜਾਂਦਾ ਸਾਡਾ ਜੜ੍ਹਾਂ ਨਾਲ ਜੁੜੇ ਰਹਿਣਾ ਮੇਰਾ ਖਿਆਲ ਲਾਜ਼ਮੀ ਹੈ। ਮੇਰੇ ਕਿਉਂਕਿ ਦੁਨੀਆ ਵਿੱਚ ਖਾਸ ਜਿਹੜਾ ਨਾ ਤੁਹਾਡੀ ਜਿਹੜੀ ਆਪਣੀ ਜਿਹੜੀ ਲੀਨ ਤੁਹਾਡਾ ਆਪਣਾ ਜਿਹੜਾ ਕਨੈਕਸ਼ਨ ਹੈ ਉਹ ਹੁੰਦਾ 3-4 ਤਰੀਕੇ ਦਾ। ਇੱਕ ਹੁੰਦਾ ਵੀ ਤੁਹਾਡੇ ਧਰਮ ਦੇ ਨਾਲ ਜੁੜੇ ਇੱਕ ਤੁਹਾਡੀ ਬੋਲੀ ਨਾਲ ਜੁੜੇ ਹੋ ਇੱਕ ਤੁਸੀਂ ਜਿੱਥੋਂ ਉੱਠੇ ਹੋ ਉੱਥੇ ਜੁੜੇ ਹੋ। ਸੋ ਬਾਕੀ ਹੁੰਦਾ ਕਿ ਕਿਉਂਕਿ ਕੈਨੇਡਾ ਦੇ ਵਿੱਚ ਤੇ ਕਿਸੇ ਦੀ ਕੋਈ ਮੋਨੋਪੋਲੀ ਨਹੀਂ ਹੈਗੀ ਸਾਡੇ ਵੀ ਲੋਕ ਹੁਣ ਤਕਰੀਬਨ ਮਿਲੀਅਨ ਦੇ ਲੋਕ ਤੇ ਪਹੁੰਚ ਗਏ ਨੇ ਤੇ ਉਹਦੇ ਵਿੱਚੋਂ ਵੀ ਸਾਡੇ ਲੋਕਾਂ ਦਾ ਹਰ ਜਗ੍ਹਾ ਦਾ ਹਿੱਸਾ ਹੈਗਾ। ਤੁਸੀਂ ਕਿਸੇ ਚੀਜ਼ ਤੋਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਆਪਾਂ 에ਅਰਪੋਰਟ ਤੋਂ ਜਦੋਂ ਕੋਈ ਬੰਦਾ ਉਤਰਦਾ ਕਿਸੇ ਵੀ ਮੁਲਕ ਦਾ ਤੁਸੀਂ ਦੇਖ ਲਓ ਵੀ ਆਪਣਾ ਬੰਦਾ ਤੁਹਾਨੂੰ ਕਿਤੇ ਨਾ ਕਿਤੇ ਜਾਂ ਉਹ ਤੁਹਾਨੂੰ ਰਿਸੀਵ ਕਰੇਗਾ ਜਾਂ ਤੁਹਾਨੂੰ ਉਹ ਕਿਤੇ ਹੋਰ ਜਿਹੜੀ ਆਪਣੀ ਹਾਊਸਕੀਪਿੰਗ ਵਿੱਚ ਹੋਏਗਾ ਜਾਂ ਕੋਈ ਟੈਕਸੀ ਇੰਡਸਟਰੀ ਵਿੱਚ ਹੈਗਾ ਜਾਂ ਕੋਈ ਆਊਟਲੈਟ ਤੇ ਕੰਮ ਕਰਦਾ ਪਿਆ ਜਾਂ ਤੁਹਾਨੂੰ ਟਰਾਂਸਪੋਰਟ ਲਈ ਦੇ ਰਿਹਾ ਤੁਹਾਨੂੰ ਕੋਈ ਉੱਥੇ ਆਫਿਸਰ ਖੜਾ ਕੋਈ ਇਮੀਗ੍ਰੇਸ਼ਨ ਆਫਿਸਰ ਖੜਾ ਜਾਂ ਕੋਈ ਪੁਲਿਸ ਵਾਲਾ ਉਹਦੇ ਵਿੱਚ ਤੁਹਾਨੂੰ ਆਪਣਾ ਹਿੱਸਾ ਮਿਲ ਜਾਂਦਾ। ਸੋ ਸਾਡੀ ਤੇ ਹੋਂਦ ਇੱਥੇ ਹੀ ਹੈ ਸਾਰੀ ਪਰ ਇਹ ਵੇਖਿਆ ਜਾਂਦਾ ਕਿ ਜਦੋਂ ਅਸੀਂ ਜਿਸ ਤਰ੍ਹਾਂ ਹੁਣ ਪਿਛਲੇ ਕਈ ਸਾਲਾਂ ਤੋਂ ਇੰਨੀ ਮਿਹਨਤ ਨਾਲ ਜਿਹੜੇ ਪੰਜਾਬ ਤੋਂ ਲੋਕ ਆਏ ਨੇ ਖਾਸ ਕਰਕੇ ਕੈਨੇਡਾ ਦੇ ਵਿੱਚ ਬਾਕੀਆਂ ਦੀ ਗੱਲ ਤਾਂ ਨਹੀਂ ਆਪਾਂ ਕਰ ਸਕਦੇ ਜਿਹੜੇ NRI ਨੇ ਜਿਨ੍ਹਾਂ ਸਾਨੂੰ ਕਿਉਂਕਿ ਉਹਨਾਂ ਦਾ ਜਿਹੜਾ ਹਿੱਸਾ ਨਾ ਪਿਛਲੇ 40 ਤੋਂ 45 ਸਾਲ ਬੜਾ ਸਿਗਨੀਫੀਕੈਂਟ ਹਿੱਸਾ ਰਿਹਾ ਕਿ ਪੰਜਾਬ ਦੀ ਇਕਨੋਮੀ ਨੂੰ ਫॉर ਐਗਜ਼ਾਮਪਲ ਪਿੰਡਾਂ ਦੇ ਪਿੰਡ ਨੇ ਜਿਨ੍ਹਾਂ ਨੂੰ 2-3 ਮਹੀਨੇ ਜਿਹੜੇ ਆਪਣੇ ਲੋਕ ਜਾ ਕੇ ਸਮਾਨ ਖਰੀਦਦੇ ਸੀ ਟਰਾਂਸਪੋਰਟੇਸ਼ਨ ਯੂਜ਼ ਕਰਦੇ ਸੀ ਸਾਰੇ ਕੁਝ ਰਿਸੋਰਸਿਸ ਸਨ। ਇੱਕ ਤੇ ਇੱਥੋਂ ਰਿਸੋਰਸਿਸ ਪੇ ਕੀਤੇ ਸੈਕੰਡ ਜਿਹੜੀ ਉੱਥੇ ਜਿਹੜੀ ਧਰਤੀ ਸੀ ਉਹਨੂੰ ਜਿਹੜੀਆਂ ਸਾਡੀਆਂ ਤੁਹਾਡੀਆਂ ਜ਼ਮੀਨਾਂ ਪਈਆਂ ਨੇ ਉਹਦੇ ਤੋਂ ਅਸੀਂ ਕੁਝ ਮੰਗਾਇਆ ਨਹੀਂ। ਸੋ ਦੈਟ ਮੀਨਸ ਵੀ ਉਹ ਵੀ ਸਾਡੀ ਕੰਟਰੀਬਿਊਸ਼ਨ ਆ ਗਈ। ਤੀਜੀ ਸਾਡੀ ਕੰਟਰੀਬਿਊਸ਼ਨ ਇਹ ਰਹੀ ਵੀ ਅਸੀਂ ਸਿਸਟਮ ਵਿੱਚ ਜਾ ਕੇ ਉੱਥੇ ਕੋਈ ਨਾ ਕੋਈ ਆਪਣਾ ਜਿਹੜਾ ਨਾ ਕੰਮ ਕਰਦੇ ਰਹੇ ਕਿਸੇ ਨੇ ਕੋਈ ਕੈਂਪ ਲਵਾਤਾ ਕੋਈ ਹਸਪੀਟਲ 'ਚ ਕੰਮ ਕਰਤਾ ਕੋਈ ਨਾ ਕੋਈ ਆਪਣਾ ਹਿੱਸਾ ਸਾਰਿਆਂ ਨੂੰ ਪਾਇਆ। ਉਹਦੇ ਵਿੱਚੋਂ ਕੋਈ ਨਹੀਂ ਹੈਗਾ ਵੀ ਕੋਈ ਅੱਗੇ ਕੋਈ ਵੱਧ ਡਿਪੈਂਡ ਕਰਦਾ ਕਿ ਕਿੰਨੀ ਤੁਹਾਡੇ ਕੋਲ ਤੁਹਾਡੀ ਗੁੰਜਾਇਸ਼ ਕਿੰਨੀ ਸੀ। ਪਰ ਇਹ ਵੇਖਿਆ ਗਿਆ ਕਿ ਇਹ ਤੇ ਕੰਮ ਚੱਲਦਾ ਰਿਹਾ ਕੈਨੇਡਾ ਦੀ ਧਰਤੀ ਦੇ ਵਿੱਚ ਜਿਹੜਾ ਨਾ ਉੱਥੇ ਜਾ ਕੇ ਬੜੇ ਸੋਹਣੇ ਤਰੀਕੇ ਨਾਲ ਲੋਕਾਂ ਨੇ ਕੰਮ ਕੀਤਾ। ਹਮੇਸ਼ਾ ਜਦੋਂ ਉੱਥੋਂ ਆਉਂਦੇ ਸੀ ਲੀਡਰ ਮੈਨੂੰ ਜਾਪਦਾ ਸ਼ੁਰੂ ਦੇ ਵਿੱਚ ਮੈਂ 1988 ਦੀ ਮੈਂ ਗੱਲ ਕਰਨਾ ਸਭ ਤੋਂ ਪਹਿਲਾਂ ਆਪਣੇ ਸਰਦਾਰ ਤੋਤਾ ਸਿੰਘ ਹੁਣੀ ਜਦੋਂ ਉਹ ਉੱਥੇ ਸਨ ਵਿਧਾਇਕ ਬਣੇ ਸਭ ਤੋਂ ਪਹਿਲਾਂ ਮੈਨੂੰ ਭੇਗ ਆਏ ਉਹਨਾਂ ਨੂੰ ਆ ਕੇ ਕਿਸ ਤਰੀਕੇ ਨਾਲ ਅਸੀਂ ਇੰਟਰੋਡਿਊਸ ਕੀਤਾ। ਤੁਸੀਂ ਵੀ ਵਿਧਾਇਕ ਸੀ ਜਦੋਂ? ਹਾਂਜੀ ਉਸ ਤੋਂ ਬਾਅਦ ਕਿੰਨੇ ਜਿਹੜੇ ਲੋਕ MLA MPs ਆਉਂਦੇ ਰਹੇ ਸਾਰਿਆਂ ਨੂੰ ਹਰ ਪੋਲੀਟੀਕਲ ਪਾਰਟੀ ਨੂੰ ਚੰਗੀ ਤਰ੍ਹਾਂ ਰਿਸਪੈਕਟ ਕਰਕੇ ਤੇ ਸਿਸਟਮ ਵਿੱਚ ਅਸੀਂ ਉਹਨਾਂ ਨੂੰ ਅੱਗੇ ਕਰਦੇ ਰਹੇ। ਫਿਰ ਹੁਣ ਹੌਲੀ ਹੌਲੀ ਸਾਡਾ ਤੇ ਹੁਣ ਟਾਈਮ ਨਹੀਂ ਹੈਗਾ ਵੀ ਅਸੀਂ ਹਮੇਸ਼ਾ ਅੱਗੇ ਤਾਂ ਨਹੀਂ ਰਹਿ ਸਕਦੇ ਬਾਕੀ ਵੀ ਜਿਹੜੀ ਸਾਡੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਵੀ ਅੱਗੇ ਆਉਣਾ। ਸੋ ਸਾਨੂੰ ਜਿਹੜਾ ਨਾ ਰਿਸਪੈਕਟਫੁਲੀ ਥਾਂ ਖਾਲੀ ਕਰਨੀ ਪੈਂਦੀ ਹੈ ਤੇ ਉਹ ਸਾਡੇ ਵਿੱਚ ਅਸੀਂ ਇੱਥੋਂ ਸਿੱਖਿਆ। ਉੱਥੇ ਮੈਂ ਦੇਖਿਆ ਵੀ ਉਹ ਜਗ੍ਹਾ ਆਪਣੀ ਛੱਡਦੇ ਨਹੀਂ
ਉਹਨਾਂ ਨੂੰ ਚਾਹੇ ਕੁਰਸੀ ਨੂੰ ਬਿਲਕੁਲ ਜੱਫਾ ਮਾਰ ਕੇ ਬੈਠ ਜਾਂਦੇ ਨੇ ਵੀ ਜਿਹੜਾ ਨਾ ਇਹ ਸਾਡੇ ਵਾਸਤੇ ਇਹ ਆ। ਸੋ ਇਸ ਕਰਕੇ ਇਹ ਵੀ ਇੱਕ ਇਸ਼ੂ ਬੜਾ ਵੱਡਾ ਤੇ ਹਰ ਇੱਕ ਨੂੰ ਟਾਈਮ ਨਹੀਂ ਮਿਲਦਾ। ਹੁਣ ਇੱਥੇ ਦੇਖੋ ਕੋਈ ਵੀ ਬੱਚਾ ਕਿਸੇ ਦਾ ਕੋਈ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀ ਵਿੱਚ ਕਾਮਯਾਬ, ਕਿਸੇ ਪਾਰਟੀ ਵਿੱਚ ਵੀ ਕਾਮਯਾਬ ਹੋਣ, ਉਹ ਸਾਡੇ ਵਾਸਤੇ ਇੰਪੋਰਟੈਂਟ। ਇਸ ਤੋਂ ਇਲਾਵਾ ਮੀਡੀਆ ਵਿੱਚ ਬੈਠੇ ਹੋ ਸਾਰੇ, ਕਿੰਨਾ ਮੀਡੀਆ ਦਾ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਤੇ ਉਹ ਵੀ ਹੈਗਾ ਨਾਲ। ਤੁਹਾਡੇ ਤੇ ਕੋਈ ਇਹ ਨਹੀਂ ਹੈਗਾ ਵੀ ਅੱਜ ਦਵਿੰਦਰ ਬੈਣੀਪਾਲ ਨੇ ਜੀ ਅੱਜ ਇਹ ਕੰਮ ਤੁਹਾਨੂੰ ਬੋਲਣਾ ਪੈਣਾ, ਇਹ ਕੰਮ ਨਹੀਂ ਹੈਗਾ, ਬੋਲਣਾ ਨਹੀਂ ਪੈਣਾ, ਧੱਕਾ ਕੋਈ ਨਹੀਂ, ਬੋਲਣਾ ਨਹੀਂ ਪੈਣਾ। ਆਜ਼ਾਦੀ ਹੈਗੀ ਤਾਂ ਆਜ਼ਾਦੀ ਦੇ ਨਾਲ ਜਿਹੜਾ ਨਾ ਅਸੀਂ ਸੋਚ ਸਕਦੇ ਹਾਂ, ਮਾਹੌਲ ਤੋਂ ਬਾਹਰ ਆ। ਜੇ ਤੁਸੀਂ ਉਸ ਮਾਹੌਲ 'ਚ ਹੈਗੇ ਤਾਂ ਹੋ ਸਕਦਾ ਆਪਾਂ ਉਸ ਤਰ੍ਹਾਂ ਹੀ ਕੰਮ ਕਰੀਏ। ਸੋ ਓਵਰਆਲ ਜਿਹੜਾ ਨਾ ਹਮੇਸ਼ਾ ਅਸੀਂ ਇਲੈਕਸ਼ਨਾਂ ਬਾਰੇ ਧਿਆਨ ਕੀਤਾ। ਲੋਕੀ ਜਦੋਂ ਆਉਂਦੇ ਸੀ ਇੱਥੇ, ਉਹ ਮੈਂ 2-3 ਗੱਲਾਂ ਕਰਨੀਆਂ ਚਾਹੁੰਦਾ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਉੱਥੇ ਅਸੀਂ ਹਾਲਾਤ ਵੇਖਦੇ ਪਏ ਹਾਂ, ਉਹਨਾਂ ਨੂੰ ਚਾਹੀਦਾ ਕਿ ਥੋੜ੍ਹਾ ਜਿਹਾ, ਮੈਨੂੰ ਜਾਪਦਾ ਵੀ ਇਸ ਵਾਰੀ ਪੰਜਾਬ ਦੇ ਵਿੱਚ ਕਨਫਿਊਜ਼ਨ ਜਿਹਾ ਪੈ ਗਿਆ, ਕਿਉਂਕਿ ਇਹ ਨਹੀਂ ਪਤਾ ਵੀ ਕਿ ਇੱਕ ਘਰ ਦੇ ਵਿੱਚ 4 ਬੰਦੇ ਨੇ, ਸੋ ਸਦਾ 4 ਪੋਲੀਟੀਕਲ ਪਾਰਟੀਆਂ ਹੋਣ, ਸਵੇਰ ਨੂੰ ਹੋਰ ਨੇ, ਸ਼ਾਮ ਨੂੰ ਹੋਰ ਨੇ। ਇੱਥੇ ਤੇ ਇਹੋ ਜਿਹੀ ਟੋਲਰੇਟ ਨਹੀਂ ਕਰ ਸਕਦੇ ਕਿ ਤੁਸੀਂ ਵੀ, ਇਹ ਨਹੀਂ ਹੋ ਸਕਦਾ ਕਿ ਤੁਸੀਂ ਹਮੇਸ਼ਾ ਹੀ ਕਿਸੇ ਪ੍ਰਿੰਸੀਪਲ ਤੇ ਤੁਸੀਂ ਚੇਂਜ ਕਰਨਾ। ਜੇ ਕਿਸੇ ਨੂੰ ਟਿਕਟ ਨਹੀਂ ਮਿਲੀ ਜਾਂ ਕੋਈ ਤੁਹਾਨੂੰ ਨੋਮੀਨੇਸ਼ਨ ਨਹੀਂ ਮਿਲੀ ਤੇ ਜਾ ਕੇ ਦੂਜੇ ਪਾਸੇ ਬਹਿ ਜਾਓ ਤਾਂ ਉਹਦੇ ਤੁਸੀਂ ਡਿਸਕਾਰਡ ਹੋ ਗਏ। ਪਰ ਉਹ ਇੱਕ ਬੜਾ ਕਨਫਿਊਜ਼ਨ ਹੈ। ਦੈਟ ਮੀਨਸ ਵੀ ਤੁਹਾਡੇ ਅਸੂਲ ਕੋਈ ਨਹੀਂ ਹੈਗੇ, ਵਿਚਾਰਧਾਰਾ ਕੋਈ ਨਹੀਂ, ਨਚਾਰਧਾਰਾ ਬਣ ਗਈ, ਨੱਚਦੇ ਫਿਰਦੇ ਆ। ਇਹ ਹੈਗਾ ਉਹਦੇ ਨਾਲ ਇਹ ਹੈਗਾ ਵੀ ਥੋੜਾ ਜਿਹਾ ਨਾ ਜਿਹੜੇ ਅਸੀਂ ਲੋਕ ਇੱਥੇ ਬੈਠੇ ਹਾਂ ਉਹ ਵੇਖਦੇ ਹਾਂ ਵੀ ਇਹ ਕੀ ਗੱਲ ਹੈ। ਇਹ ਨਹੀਂ ਪਤਾ ਵੀ ਅੱਜ ਹਾਰ ਕਿਹੜੀ ਪਾਰਟੀ ਨੇ ਕਿਹਨੂੰ ਪਾ ਦੇਣਾ। ਸੋ ਪਹਿਲੀ ਗੱਲ ਤੇ ਹੈ ਉਹ ਕੋਈ ਬੜਾ ਚੰਗੀ ਗੱਲ ਨਹੀਂ ਹੋ ਰਹੀ। ਦੈਟ ਮੀਨਸ ਕਿ ਕਿਤੇ ਨਾ ਕਿਤੇ ਜਿਹੜਾ ਪੋਲੀਟੀਕਲ ਸਟਰਕਚਰ ਦੇ ਵਿੱਚ ਜਿਹੜਾ ਪਾਲਿਸੀ ਦਾ ਇਸ਼ੂ ਹੈ ਉਹ ਜਾਪਦਾ ਬੜਾ ਫਲੈਕਸੀਬਲ ਹੈ। ਉਹ ਸੈਕੰਡ ਜਿਹੜਾ ਮੈਂ ਸਮਝਦਾ ਕਿ ਅਸੀਂ ਸਾਰਿਆਂ ਨੇ ਨੋਟ ਕੀਤਾ ਵੀ ਇਸ ਵਾਰੀ ਜਿਹੜੇ ਪੰਜਾਬੀ ਆਊਟਸਾਈਡ ਬੈਠੇ ਨੇ, ਖਾਸ ਕਰਕੇ ਕੈਨੇਡਾ ਦੀ ਗੱਲ ਕਰਨੇ ਆ, ਉਹਨਾਂ ਦੇ ਬਾਰੇ ਕਿਸੇ ਦੀ ਗੱਲਬਾਤ ਨਹੀਂ ਹੋ ਰਹੀ। ਕੋਈ ਕਿਸੇ ਪਾਰਟੀ ਦਾ ਮੇਜਰ ਜਿਹੜਾ ਪਲੇਟਫਾਰਮ ਦੇ ਵਿੱਚ ਕੋਈ ਇਸ਼ੂ ਨਹੀਂ ਆਇਆ। ਪਹਿਲਾਂ ਹੁੰਦਾ ਸੀ ਵੀ ਲੋਕ ਇੱਥੋਂ ਵੀ ਜਾਂਦੇ ਸੀ, ਬੜੀ ਪਾਰਟਿਸਪੇਸ਼ਨ ਸੀ। ਹੋ ਸਕਦਾ ਵੀ ਲੋਕੀ ਤੰਗ ਆ ਗਏ ਨੇ, ਅੱਕ ਗਏ ਨੇ, ਖਾਸ ਕਰਕੇ ਇਹ ਕੰਮ ਵੇਖ ਕੇ ਤਾਂ ਹੋ ਸਕਦਾ ਲੋਕੀ ਪਿੱਛੇ ਹਟ ਗਏ ਹੋਣ। ਇਹ ਨਹੀਂ ਪਤਾ ਵੀ ਚੋਰੀ ਜੇ ਕਿਸੇ ਨੂੰ ਕੋਈ ਪੈਸੇ ਭੇਜਦੇ ਪਏ ਨੇ, ਕੋਈ ਕਿਸੇ ਦੀ ਹੈਲਪ ਕਰਦੇ ਪਏ ਨੇ, ਉਹ ਵੱਖਰੀ ਗੱਲ ਹੈ। ਅਸੀਂ ਵੀ ਕਈਆਂ ਨੂੰ ਜਾਣਦੇ ਹਾਂ, ਹੁਣ ਕਈ ਵਾਰੀ ਉਹਨਾਂ ਨੇ ਕੋਈ ਹੈਲਪ ਮੰਗੀ ਹੈ, ਹੋ ਸਕਦਾ ਵੀ ਕਿਸੇ ਇਨਡਾਇਰੈਕਟ ਤਰੀਕੇ ਨਾਲ ਸਾਨੂੰ ਫੈਮਿਲੀ ਦੇ ਥਰੂ ਹੈਲਪ ਕਰਨੀ ਪਏ, ਕੁਛ ਨਾ ਕੁਛ ਤੇ ਕਰਨਾ ਪੈਂਦਾ ਮੂੰਹ ਰੱਖਣ ਵਾਸਤੇ। ਪਰ ਜਿਹੜਾ ਦਿਲ ਦੀ ਗੱਲ ਹੈ ਉਹ ਤੇ ਨਹੀਂ ਰਹੀ ਹੁਣ। ਸੋ ਹੁਣ ਸਵਾਲ ਇਹ ਉੱਠਦਾ ਕਿ ਆਪਣੇ ਵੇਖਣ ਵਾਲਿਆਂ ਵਾਸਤੇ ਕਿ ਜਦੋਂ ਜਿਹੜਾ ਹੁਣ 40-45 ਸਾਲ ਦੇ ਵਿੱਚ ਜਿਹੜਾ ਲੋਕਾਂ ਨੇ ਆਪਣੀਆਂ ਚੀਜ਼ਾਂ ਬਣਾਈਆਂ ਨੇ, ਉਹਦੇ ਬਾਰੇ ਉਹਨਾਂ ਬਾਰੇ ਕਿਉਂ ਨਹੀਂ ਧਿਆਨ ਹੈਗਾ। ਬਾਕੀ ਜਿਹੜੇ ਸੂਬੇ ਨੇ ਜਿਹੜੇ ਉਹ ਆਪਣੇ ਲੋਕਾਂ ਨੂੰ ਅੱਗੇ ਚੁੱਕਦੇ ਆ। ਫਾਰ ਐਗਜ਼ਾਮਪਲ ਗੁਜਰਾਤ ਦੇ ਵਿੱਚ ਕਿੰਨੀ ਇੱਕ ਦੂਜੇ ਦੀ ਹੈਲਪ ਕਰਦੇ ਨੇ, ਹਰ ਸਾਲ ਉੱਥੇ ਸੈਮੀਨਾਰ ਹੁੰਦੇ, ਹਰ ਸਾਲ ਲੋਕਾਂ ਨੂੰ ਪ੍ਰਮੋਟ ਕਰਦੇ ਨੇ, ਇੱਕ ਦੂਜੇ ਨੂੰ ਉੱਪਰ ਖੜ ਕੇ ਚੁੱਕਦੇ ਨੇ। ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਹੁੰਦਾ ਵੀ ਜਦੋਂ ਕੋਈ ਮੁਸੀਬਤ ਆਉਂਦੀ ਹੈ ਖੱਬ ਬੜੀ ਪਾਣੀ ਹੈ, ਪਰ ਜਦੋਂ ਗੋਲ ਕਰਨ ਦੇ ਟਾਈਮ ਦੇ ਵਿੱਚ ਉਹਦੀ ਜ਼ਰੂਰ ਪਿੱਛੇ ਜਾ ਕੇ ਉਹਦੇ ਬੈਕ ਸਟੈਪਿੰਗ ਕਰਨੀ ਹੈ। ਸੋ ਮੈਂ ਸਮਝਦਾ ਵੀ ਇਸੇ ਕਰਕੇ ਜਿਹੜਾ ਜੋ ਸਾਡਾ ਬਣਦਾ ਰਿਸਪੈਕਟ ਬਣਦੀ ਹੈ, ਜਿਹੜੇ ਬਾਹਰ ਲੋਕ ਬੈਠੇ ਨੇ ਉਹਨਾਂ ਦੀ ਗੱਲ ਨਹੀਂ ਹੁੰਦੀ। ਇੱਕ ਹੋਰ ਵੀ ਮੈਂ ਦੇਖਿਆ ਗਿਆ ਕਿ ਤੁਸੀਂ ਵੀ ਨੋਟ ਕੀਤਾ ਹੋਣਾ ਵੀ ਜਿੰਨੀ ਵਾਰੀ ਉਹਨਾਂ ਨੂੰ ਤੁਸੀਂ ਜੀ ਆਏ ਕਹਿੰਦੇ ਹੋ, ਮੈਨੂੰ ਜਾਪਦਾ ਵੀ ਅਸੀਂ ਆਪਣੇ ਆਪ ਨੂੰ ਥੱਲੇ ਕਰਨੇ ਆ। ਉਹਦੇ ਨਾਲ ਇਹ ਹੁੰਦਾ ਕਿ ਉਹ ਵੇਖ ਜਾਂਦੇ ਨੇ ਵੀ ਇਹ ਤੇ ਗੱਲ ਕੋਈ ਖਾਸ ਨਹੀਂ, ਉਹ ਸਮਝਦੇ ਨੇ ਵੀ ਇਹ ਤੇ ਛੋਟਾ ਜਿਹਾ ਕੰਮ ਹੈ, ਤੁਸੀਂ ਇਹ ਸਾਰਾ ਪੋਲੀਟੀਕਲ ਸਟਰਕਚਰ ਤੇ ਬੜਾ ਹੋਰ ਤਰ੍ਹਾਂ ਦਾ। ਪਰ ਇਹ ਨਹੀਂ ਪਤਾ ਵੀ ਇਸ ਸਟਰਕਚਰ ਵਿੱਚ ਸਟੈਪਸ ਜਿਹੜੇ ਕਿੰਨੇ ਲੈਣੇ ਪਏ ਸੀ। ਤੇ ਉਹਨਾਂ ਦਾ ਮੈਂ ਉਹਨਾਂ ਦੇ ਕਈ ਐਗਜ਼ਾਮਪਲਾਂ ਦੇਣਾ, ਮੈਂ ਬਹੁਤ ਇਹ ਪਰਸਨਲ ਐਗਜ਼ਾਮਪਲਾਂ ਨੇ ਕਿ ਅੱਗੇ ਵਾਰੀ ਆਉਣਾ ਹੁੰਦਾ ਕਹਿਣਗੇ ਜੀ ਇੱਜ਼ਤ ਦਾ ਸਵਾਲ ਹੈ ਜੀ, 5 ਬੰਦੇ ਹੋਣੇ ਚਾਹੀਦੇ ਨਾਲ, 6 ਬੰਦੇ ਨਾਲ ਹੋਣੇ ਚਾਹੀਦੇ ਨੇ। ਕੋਈ ਗੀਤਕਾਰ ਆ ਗਿਆ ਜੀ, ਇਹਦੀ ਮੈਨੂੰ ਯਾਦ ਹੈ ਕਿ ਅਪ੍ਰੈਲ ਦੇ ਜਦੋਂ ਉੱਥੇ ਆਟਵਾ ਵਿੱਚ ਪ੍ਰਧਾਨ ਮੰਤਰੀ ਬਣੇ ਨੇ ਸਾਡੇ, ਉਸ ਟਾਈਮ ਦੇ ਵਿੱਚ ਗੀਤਕਾਰ ਆਏ ਜੀ, ਇਹਨਾਂ ਦੀ ਫੋਟੋ ਨਾਲ ਖਿਚਾਣੀ ਹੈ ਜੀ। ਉਹ ਫੋਟੋ ਖਿਚਾ ਕੇ ਜਿਉਂ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਵੀ ਇਹਦੇ ਤੁਹਾਡੀ ਕਿਸੇ ਹੋਰ ਮਕਸਦ ਨਾਲ ਇੱਥੇ ਦੱਸੀ, ਕਿਸੇ ਹੋਰ ਮਕਸਦ ਨਾਲ ਜਾ ਰਹੀ। ਅਸੀਂ ਉੱਥੇ ਸਾਰੇ ਕੰਮ ਕਰਕੇ ਤੇ ਪਿੱਛੇ ਤੁਸੀਂ ਬਾਕੀ ਕੰਮ ਕਰਨ ਵਾਲੇ ਬੰਦੇ ਪਿੱਛੇ ਖੜੇ ਆ। ਇਹ ਜਾ ਕੇ ਆਪਣੀ ਗੱਲਬਾਤ ਕਰਦੀ। ਜਦੋਂ ਪ੍ਰਧਾਨ ਮੰਤਰੀ ਇੰਡੀਆ ਗਏ ਨੇ, ਉਹਨਾਂ ਦੀ ਇਨਵੀਟੇਸ਼ਨ ਵੈਸੇ ਭੇਜਣੀ ਹੈ, ਉਹ ਸਾਰੀਆਂ ਇਨਵੀਟੇਸ਼ਨਾਂ ਪ੍ਰਿੰਟ ਥੋੜ੍ਹੀਆਂ ਕਰਨੀਆਂ ਨੇ, ਉਹ ਸਾਰੀਆਂ ਕਰਕੇ। ਤਾਂ ਉਹ ਮੈਨੂੰ ਜਾਪਦਾ ਵੀ ਉਹਨਾਂ ਨੇ ਕਿਹਾ ਵੀ ਇਹ ਤਾਂ ਕੰਮ ਬੜਾ ਸੌਖਾ, ਇਹਨਾਂ ਲੋਕਾਂ ਦੀ ਤੇ ਕੋਈ ਇਸ ਤਰ੍ਹਾਂ ਗੱਲਬਾਤ ਹੀ ਜਿਹੋ ਜਿਹੀ ਇਹਨਾਂ ਦੀ ਸਟਰੈਂਥ ਇਹੋ ਜਿਹੀ ਸਾਡੀ ਹੈ। ਸੋ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਡਿਲੂਟ ਕਰ ਲਿਆ, ਉਹ ਸਾਡਾ ਕਸੂਰ ਹੈ ਜੀ। ਉਹ ਲੋਕਾਂ ਨੇ ਦਿਲੋਂ ਤੇ ਪਤਾ ਉਹਨਾਂ ਨੂੰ ਵੀ ਜਿੰਨੀ ਵਾਰੀ ਇਹਨਾਂ ਦੀ ਰਿਸਪੈਕਟ ਕਰਦੇ ਹੋ, ਕਾਹਦੀ ਕਰਦੇ ਹੋ। ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਗੱਲਬਾਤ ਆਉਂਦੇ ਹੋ ਉੱਥੇ ਕੋਈ ਸੈਮੀਨਾਰ ਕਰਨ, ਗੱਲਬਾਤ ਕਰਨ, ਤੇ ਇੱਕੋ ਹੀ ਹੁੰਦਾ ਵੀ ਜਦੋਂ ਉੱਥੇ ਜੀ ਜਦੋਂ ਕੋਈ ਵੀ ਆਉਂਦਾ ਜੀ, ਮੁੰਡੇ ਬਾਹਰ ਲੈ ਜਾਓ ਜੀ, ਬੱਚੇ ਬਾਹਰ ਲੈ ਜਾਓ ਜੀ, ਪੜ੍ਹਾਈ ਬਾਹਰ ਲੈ ਜਾਓ। ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਵਾਸਤੇ ਸਮਾਨ ਨਹੀਂ ਹੈਗਾ?
ਇੰਜੀਨੀਅਰਿੰਗ ਕਾਲਜਸ ਨੇ, ਮੈਡੀਕਲ ਕਾਲਜ ਨੇ, ਅਸੀਂ ਸਾਰੇ ਉੱਥੋਂ ਆਏ ਹਾਂ ਪੜ੍ਹ ਕੇ। ਜੇ ਤੁਸੀਂ ਗ੍ਰੇਡ 12 ਤੋਂ ਬਾਅਦ ਹੀ ਉੱਥੇ ਬੱਚੇ ਨਹੀਂ ਪੜ੍ਹਾ ਸਕਦੇ, ਦੈਟ ਮੀਨਸ ਸਿਸਟਮ ਨੂੰ ਤਾਂ ਤੁਸੀਂ ਠੀਕ ਨਹੀਂ ਕੀਤਾ, ਬੱਚੇ ਸਾਡੇ ਉੱਥੋਂ ਬਾਹਰ ਆ ਰਹੇ ਨੇ। ਆਹੀ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਸੀ ਅਸੀਂ ਬਾਹਰ ਕਿਉਂ ਆਏ, ਇੱਥੇ ਗੱਲ ਆ ਗਈ ਕਿ ਦੇਖੋ ਨਾ ਹੈਲਥ ਦੀ ਐਜੂਕੇਸ਼ਨ ਦੀ ਗੱਲ ਨਹੀਂ ਹੋ ਰਹੀ। ਤੇ ਇੱਕ ਦੂਸਰੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਪੋਲੀਟੀਕਲ ਬੈਕਗ੍ਰਾਉਂਡ ਵੀ ਹੈ ਤੁਹਾਡੀ, ਕੈਨੇਡਾ ਤੇ ਇੰਡੀਆ ਜਾਂ ਪੰਜਾਬ ਦਾ ਜ਼ਿਕਰ ਕਰਾਂ, ਹੁਣ ਉੱਥੇ ਚੋਣਾਂ ਹੋ ਰਹੀਆਂ ਨੇ, ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਰਾਜਨੀਤਿਕ ਲੀਡਰਾਂ ਨੂੰ ਉਹਨਾਂ ਨੂੰ ਬੜਾ ਕੁਝ ਇੱਥੋਂ ਸਿੱਖਣ ਦੀ ਜ਼ਰੂਰਤ ਹੈ। ਪਿਛਲੀ ਵਾਰੀ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਹਾਰੀ, 15 ਸੀਟਾਂ ਮਿਲੀਆਂ। ਤੁਹਾਡੇ ਇੱਥੋਂ BC ਲਿਬਰਲ ਪਾਰਟੀ ਦੇ ਆਗੂ ਦੀ ਅਗਵਾਈ 'ਚ ਚੋਣਾਂ ਹਾਰੇ, ਨਾਲ ਦੀ ਨਾਲ ਅਸਤੀਫਾ। ਉਧਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਭਾਵੇਂ 118 ਮੈਂਬਰ ਪਾਰਲੀਮੈਂਟ ਜਿਤਾਏ, ਪਰ ਉਹ ਕਹਿੰਦੇ ਸਾਨੂੰ ਤੇਰੇ ਤੇ ਭਰੋਸਾ ਨਹੀਂ। ਜਦੋਂ ਵੋਟਾਂ ਪਈਆਂ 73 ਵਿਰੋਧ 'ਚ ਪਾ ਕੇ ਨਾਲ ਦੀ ਨਾਲ ਅਸਤੀਫਾ। ਉੱਥੇ ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰੀਏ, ਉਹ ਹਾਰ ਜਾਣ ਜਿੱਤ ਜਾਣ। ਜਿਹੜੀ ਗੱਲ ਤੁਸੀਂ ਆਖੀ ਸੀ ਕਿ ਕੁਰਸੀ ਨੂੰ ਚੁੰਬੜੇ ਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਜੇ ਬਾਕੀ ਗੱਲਾਂ ਉਹ ਚਾਹੁੰਦੇ ਆ ਕਿ ਇੱਥੋਂ ਵਰਗਾ ਕਲਚਰ ਅਡਾਪਟ ਕਰ ਰਹੇ ਨੇ, ਇੱਥੇ ਆਰੇ ਸਾਰੇ ਤਿਉਹਾਰ ਮਨਾਉਣ ਲੱਗ ਪਏ ਆ, ਕਿ ਉਹਨਾਂ ਨੂੰ ਥੋੜਾ ਬਹੁਤਾ ਸਿੱਖਣਾ ਚਾਹੀਦਾ ਹੈ? ਉਹ ਤਾਂ ਪੈਰਾਸ਼ੂਟ ਨਾਲੇ ਉਤਾਰੀ ਜਾਂਦੇ ਸਭ ਨੂੰ। ਦੇਖੋ ਗੱਲ ਇਹ ਹੁੰਦੀ ਹੈ ਕਿ ਇਹ ਪ੍ਰੋਫੈਸ਼ਨ ਜਿਹੜਾ ਨਾ ਇਹ ਹੈਗਾ ਪਬਲਿਕ ਸਰਵਿਸ ਦਾ। ਜੀ, ਲੋਕੀ ਆਉਂਦੇ ਸੀ ਪਹਿਲਾਂ ਆਜ਼ਾਦੀ ਵਾਸਤੇ ਆਏ, ਫਿਰ ਦੇਸ਼ ਦੀ ਜਿਹੜੀ ਨਾ ਉਹਦੀ ਦੇਸ਼ ਦੀ ਵੰਡ ਤੋਂ ਬਾਅਦ ਐਸਟੈਬਲਿਸ਼ ਕਰਨ ਵਾਸਤੇ ਆਏ। ਲੋਕਾਂ ਨੂੰ ਹੁੰਦਾ ਸੀ ਵੀ ਮੈਂ IAS ਬਣਨਾ, IFS ਬਣਨਾ, ਰੈਵਨਿਊ ਦੇ ਵਿੱਚ ਜਾਣਾ, ਮੈਂ ਫੋਰਨ ਸਰਵਿਸ ਕਰਨਾ, ਮੈਂ ਇੰਜੀਨੀਅਰ ਬਣਨਾ, ਡਾਕਟਰ ਬਣਨਾ। ਤੇ ਹੁਣ ਕੀ ਹੋ ਰਿਹਾ, ਮੈਂ MLA ਦੀ ਸੀਟ ਲੈਣੀ ਹੈ, ਮੈਨੂੰ ਚੇਅਰਮੈਨਸ਼ਿਪ ਚਾਹੀਦੀ ਹੈ ਜੀ, ਫਲਾਣੀ ਚੀਜ਼ ਚਾਹੀਦੀ ਹੈ। ਇਹ ਜਾਪਦਾ ਕਿ ਜਿਹੜਾ 150-200 ਸਾਲ ਪਹਿਲਾਂ ਜਿਹੜੇ ਸੀ ਨਾ ਰਿਆਸਤਾਂ ਛੋਟੀਆਂ ਉਸ ਹਿਸਾਬ ਨਾਲ ਇਹ ਏਮ ਬਣ ਗਿਆ, ਪਰਿਵਾਰਵਾਦ ਹੋ ਗਿਆ। ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਪਾਸੇ ਕੰਮ ਜਾ ਰਿਹਾ। ਕਿਉਂਕਿ ਦੇਖੋ ਕੋਈ ਚੀਜ਼ ਕ੍ਰੀਏਸ਼ਨ ਤੇ ਹੋਣੀ, ਜੌਬ ਕ੍ਰੀਏਸ਼ਨ ਕਾਹਦੀ ਹੈ? ਕੈਨੇਡਾ ਵਿੱਚ ਪੰਜਾਬ ਤੋਂ ਜਿਸ 3 ਲੱਖ ਦੇ ਲਾਗੇ ਪਿਛਲੇ 6-7 ਸਾਲਾਂ ਵਿੱਚ ਲੋਕੀ ਆਏ ਨੇ, ਸੈਟਲ ਹੋਏ ਨੇ, ਉਸ ਤੋਂ ਜ਼ਿਆਦਾ ਤੇ ਇੱਥੇ ਐਸਟੈਬਲਿਸ਼ਮੈਂਟ ਕਰਤੀ ਉਹਨਾਂ ਦੀ। ਅਸੀਂ ਜਿਹੜੇ ਸਾਡੇ ਲੋਕਾਂ ਨੇ ਕੰਟਰੀਬਿਊਸ਼ਨ ਕੀਤੀ ਇੰਨੀ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਇੱਕ ਸਥਾਨ ਬਣਾ ਲਿਆ, ਚੰਗਾ ਬਣਾ ਲਿਆ, ਜਿਹਦੇ ਲੋਕ ਸਾਰੇ ਸੁਣਦੇ ਨੇ, ਬਰਾਬਰ ਗਿਣਦੇ ਨੇ, ਐਟਲੀਸਟ ਮੂੰਹ ਦੇ ਬਰਾਬਰ ਗਿਣਦੇ ਨੇ, ਪਿੱਛੋਂ 100% ਹੋ ਸਕਦਾ ਨਾ ਗਿਣਦੇ ਹੋਣ, ਪਰ ਸਾਹਮਣੇ ਤੇ ਤੁਹਾਨੂੰ ਕੁਝ ਨਹੀਂ ਕਹਿੰਦੇ, ਸਿਸਟਮ ਦੇ ਵਿੱਚ ਤੁਹਾਨੂੰ ਐਡਜਸਟ ਕਰਦੇ ਪਏ ਨੇ। ਤੇ ਜੇ ਇਹ ਜੌਬ ਕ੍ਰੀਏਸ਼ਨ ਤੇ ਅਸੀਂ ਕਰਨੇ ਪਿਆ ਤੇ ਤੁਸੀਂ ਉੱਥੇ 3 ਲੱਖ ਜਿਹੜਾ ਬੱਚਾ ਉਹਨੂੰ ਤੇ ਪੋਜੀਸ਼ਨਾਂ ਨਹੀਂ ਪ੍ਰੋਵਾਈਡ ਕੀਤੀਆਂ। ਇਹ ਕਿੱਦਾਂ ਹੋ ਸਕਦਾ ਵੀ ਜਿਹੜੇ ਕਰੋੜਾਂ ਰੁਪਇਆ ਜਿਹੜਾ ਪੰਜਾਬ ਦਾ ਜ਼ਮੀਨਾਂ ਵੇਚ ਕੇ ਇੱਥੇ ਆ ਰਿਹਾ ਸਾਰਾ, ਤੇ ਜਿਹੜਾ ਉਹਦੇ ਵਿੱਚੋਂ ਅਲਟੀਮੇਟਲੀ ਨੁਕਸਾਨ ਹੋਣਾ। ਤੇ ਫਿਰ ਕਿਸੇ ਵੀ ਜਾਓ ਗੈਦਰਿੰਗ ਵਿੱਚ, ਆਈ ਰਿਮੈਂਬਰ ਪਰਸਨਲੀ 1-2 ਜਗ੍ਹਾ ਤੇ ਮੈਂ ਨਾਂ ਨਹੀਂ ਲੈਣਾ ਉਹਨਾਂ ਮੰਤਰੀਆਂ ਦਾ, ਉਹਨਾਂ ਨੇ ਕਿਹਾ ਜੀ ਬਸ ਜੀ ਬੱਚੇ ਬਾਹਰ ਕਿੱਦਾਂ ਜਾ ਸਕਦੇ ਜੀ, ਗਵਰਨਮੈਂਟ ਬਾਹਰ ਦੀ ਕਿੱਦਾਂ ਕੰਮ ਕਰ ਸਕਦੀ ਹੈ? ਇਹ ਗਵਰਨਮੈਂਟਾਂ ਦਾ ਬਾਹਰਦਿਆਂ ਦਾ ਕੰਮ ਨਹੀਂ ਹੈਗਾ, ਇਹ ਤੁਹਾਡਾ ਕੰਮ ਹੈ ਆਪਣਾ। ਪਰ ਇਹ ਮੈਨੂੰ ਜਾਪਦਾ ਵੀ ਜੇ ਉਹਨਾਂ ਨੂੰ ਚਾਹੀਦਾ ਵੀ ਕਿਸੇ ਹੋਰ ਪ੍ਰੋਵਿੰਸ ਦਾ ਮਾਡਲ ਵੇਖ ਲਓ। ਬਾਕੀ ਦੇ ਇੰਡੀਆ ਦੇ ਪ੍ਰੋਵਿੰਸ ਤਰੱਕੀ ਕਰਦੇ ਪਏ ਨੇ, ਇਹ ਸਾਡੇ ਜਿੱਥੋਂ ਅਸੀਂ ਆਏ ਹਾਂ ਹੋ ਸਕਦਾ ਸਾਨੂੰ ਕਿਉਂ ਪ੍ਰੋਬਲਮ ਹੈ ਨਹੀਂ? ਦੇਖੋ ਇਸ ਵਾਰੀ ਮੈਂ ਤਾਂ ਬੜੀ ਸਿੰਪਲ ਜੀ ਗੱਲ ਹੈ ਕਿ ਤੁਸੀਂ ਇੱਕ ਪ੍ਰੋਸੈਸ ਦੇ ਵਿੱਚ ਛੁਪੇ ਹੋ, ਪ੍ਰੋਸੈਸ ਤੁਸੀਂ ਨੋਮੀਨੇਸ਼ਨ ਲਈ ਤੁਸੀਂ ਪੋਲੀਟੀਕਲ ਪਾਰਟੀ ਜੁਆਇਨ ਕੀਤੀ, ਤੁਹਾਨੂੰ ਕੋਈ ਮੇਜਰ ਸੈਟਬੈਕ ਕੋਈ ਪਾਲਿਸੀ ਦਾ ਹੈਗਾ, ਪਾਰਟੀ ਬਦਲ ਲਈ। ਪਰ ਜੇ ਤੁਸੀਂ ਪਾਰਟੀ ਬਦਲ ਲਈ ਬਿਕਾਜ਼ ਇੱਕ ਤੁਹਾਡੇ ਚਾਚਾ ਜੀ ਦਾ ਮੁੰਡਾ ਇੱਕ ਬਣੇ, ਤਾਇਆ ਜੀ ਦਾ ਇੱਕ ਬਣੇ, ਤੁਹਾਡੇ ਪਿੰਡ ਦਾ ਦੂਸਰੇ ਬੰਨੇ ਸਰਪੰਚ ਇੱਕ ਬਣੇ, ਉਹਦਾ ਵਾਈਫ ਕਿਸੇ ਪਾਸੇ, ਉਹਦਾ ਪਿਓ ਕਿਸੇ ਪਾਸੇ, ਮਾਂ ਕਿਸੇ ਪਾਸੇ, ਇਹਦਾ ਮਤਲਬ ਹੈ ਇਹ ਕੋਈ ਪੋਲੀਟਿਕਸ ਥੋੜ੍ਹੀ ਹੋ ਗਈ। ਇਹਦੇ ਵਿੱਚੋਂ ਇਹ ਉਹਨਾਂ ਨੂੰ ਸ਼ਾਇਦ ਚੰਗਾ ਨਾ ਲੱਗੇ, ਪਰ ਜਿਹੜਾ ਇੱਥੇ ਲੁੱਕ ਸੋ ਬੈਡ ਵੀ ਆ ਕੀ ਹੋ ਰਿਹਾ। ਸਪੋਜ਼ ਵੀ ਹੁਣ ਜਿਸ ਤਰ੍ਹਾਂ ਜੇ ਤੁਸੀਂ ਹਾਰਦੇ ਹੋ, ਸਾਡੀ ਪਾਰਟੀ ਸੀ, ਸਾਡਾ ਲੀਡਰ ਹਾਰਿਆ, ਅਸੀਂ ਜਿੱਦੇ ਇੱਕ ਸੀਟ ਤੋਂ ਆ ਕੇ ਤੇ ਗਵਰਨਮੈਂਟ ਹਾਰ ਗਏ, ਤੇ ਜਿਨ੍ਹਾਂ ਨੇ ਵਿਨ ਕੀਤੀ ਹੈ ਉਹਨਾਂ ਨੇ ਰਾਜ ਕਰਨਾ। ਰਾਜ ਕੀ ਉਹਨਾਂ ਸਰਵਿਸ ਕਰਨੀ, ਇਹ ਤਾਂ ਨਹੀਂ ਹੈਗਾ ਵੀ ਉਹਨਾਂ ਨੇ ਸਿਰ ਤੇ ਮੁਕਟ ਲਾ ਕੇ ਫਿਰਨਾ ਤੇ 50 ਬੰਦੇ ਨਾਲ ਲੈ ਕੇ ਸ਼ਾਲ ਪਾਲੀ, ਦੋ ਚਾਰ ਕਾਰਾਂ ਚਲਾਤੀਆਂ, ਬੱਲੇ ਕਰਾਤੀ, ਉੱਥੇ ਜਾ ਕੇ ਰੌਲਾ ਪਾ ਦਿੱਤਾ, ਇੱਕ ਦੂਜੇ ਦੇ ਬਰਖਲਾਫ ਬੋਲਿਆ। ਇਹ ਕਿੱਦਾਂ ਹੋ ਸਕਦਾ ਵੀ ਲੀਡਰ ਇੱਕ ਹੋਏ, ਪਾਰਟੀ ਇੱਕ ਹੋਏ, 10 ਜਾਣੇ ਬੋਲਦੇ ਪਏ ਨੇ? ਇੱਥੇ ਇੱਕ ਪਾਰਟੀ ਹੈ, ਲੀਡਰ ਨੇ ਬੋਲਣਾ, ਲੀਡਰ ਦੀ ਨਹੀਂ ਸੁਣੀ ਤਾਂ ਸਤਿ ਸ੍ਰੀ ਅਕਾਲ ਬੈਠੋ ਘਰ। ਜੇ ਤੁਸੀਂ ਨਹੀਂ ਸੁਣੀ ਤੇ ਜਿਹੜਾ ਲੀਡਰ ਵੀ ਜੇ ਹਾਰ ਗਿਆ ਤੇ ਉਹਨੇ ਰਿਜ਼ਾਈਨ ਕਰਤਾ ਤੇ ਨਵਾਂ ਬੰਦਾ ਆ ਜਾਏਗਾ। ਕਿਉਂਕਿ ਇਹ ਪ੍ਰੋਫੈਸ਼ਨ ਦੀ ਕੋਈ ਜੌਬ ਨਹੀਂ ਹੈਗਾ, ਡਿਸਪਲਿਨ ਬੜਾ ਜ਼ਰੂਰੀ ਹੈ। ਨਹੀਂ ਪਰਮਾਨੈਂਟ ਜੌਬ ਥੋੜਾ। ਬਿਲਕੁਲ ਵੀ ਤੁਸੀਂ ਬੈਠੇ ਰਹਿਣਾ ਇਹਦੇ ਤੇ, ਜੇ ਅੱਜ ਨਹੀਂ ਮਿਲਿਆ ਤੇ ਲੜ ਕੇ ਬਹਿ ਜਾਣਾ। ਹੁਣ ਮੈਂ ਤੁਹਾਨੂੰ ਦੱਸਣਾ 6 ਵਾਰੀ ਮੈਂ ਇਲੈਕਸ਼ਨਾਂ 'ਚ ਪਾਰਟੀਸਪੇਟ ਕੀਤਾ, ਅੱਧੇ ਵਿਨ ਕੀਤਾ, ਅੱਧੇ ਹਾਰੇ। ਲੜਨਾ ਥੋੜਾ ਲੋਕਾਂ ਨਾਲ, ਇਹ ਤੁਹਾਡੀ ਉਹਨਾਂ ਦੀ ਮਰਜ਼ੀ ਹੈ, ਸਨੈਪਸ਼ਾਟ ਹੈ, ਉਹ ਲੋਕਾਂ ਨੇ ਤੁਹਾਨੂੰ ਲਾਈਕ
ਪਾਰਟੀ ਨੂੰ ਲਾਈਕ ਕੀਤਾ ਕਿ ਨਹੀਂ ਕੀਤਾ, ਪਾਲਿਸੀਜ਼ ਕੀ ਨੇ, ਇਹ ਤੇ ਕੰਮ ਚੱਲਣਾ। ਪਰ ਹੁਣ ਤੁਸੀਂ ਦੇਖਿਆ ਕਿ ਜਿਹੜੀ ਹਰ ਰੋਜ਼ ਦੇਖਦੇ ਹਾਂ, ਮੈਂ ਤੇ ਪਿੱਛੇ ਵੀ ਫੋਨ ਕਰਕੇ ਵੀ ਪਤਾ ਕੀਤਾ, ਕਿਸੇ ਨੂੰ ਨਹੀਂ ਪਤਾ ਵੀ ਕਿਹਨੇ ਨੇ ਵਿਨ ਕਰਨਾ, ਕਿੰਨੇ ਹਾਰਨਾ। ਤੇ ਇਹਦੇ ਵਿੱਚੋਂ ਆਉਣ ਵਾਲਾ ਸਮਾਂ ਮੁਸ਼ਕਲ ਹੋਣਾ। ਬਾਰਡਰ ਸਟੇਟ ਹੈ, ਪਰ ਦੇਖੋ ਇਹ ਤੇ ਉਹਨਾਂ ਨੇ ਕਹਿਣਾ ਵੀ ਇਹ ਬੰਦੇ ਬਾਹਰ ਜਾ ਕੇ ਬੜਾ ਬੋਲਦੇ ਨੇ, ਕਿਉਂ ਉਹਨਾਂ ਨੂੰ ਇਹ ਹੋਣਾ ਚਾਹੀਦਾ ਪਤਾ ਕਿ ਜਿਹੜੇ ਬੰਦੇ ਲੋਕ ਬਾਹਰ ਬੈਠੇ ਨੇ ਉਹਨਾਂ ਨੇ ਇਸ ਚੀਜ਼ ਦੀ ਕਮੈਂਡ ਕੀਤੀ ਹੈ, ਇਹਨੂੰ ਅਰਨ ਕੀਤਾ, ਕਿਉਂਕਿ ਤੁਸੀਂ ਇੱਥੇ ਆ ਕੇ ਸਿਸਟਮ ਨੂੰ, ਸਾਡੇ ਲੋਕਾਂ ਦੀ ਕਮਾਈ ਨੂੰ ਕੀਤਾ ਯੂਜ਼, ਸਾਡੀ ਗੁੱਡਵਿਲ ਨੂੰ ਕੀਤਾ ਯੂਜ਼, ਸਾਡੀ ਜਿਹੜੀ ਅਸੀਂ ਤੁਹਾਨੂੰ ਸਸਟੇਨ ਕੀਤਾ, ਸਾਡੇ ਪੋਲੀਟੀਕਲ ਸੈਕਰੀਫਾਈਸ ਨੂੰ ਤੁਹਾਡਾ ਫਾਇਦਾ ਹੋਇਆ, ਇੱਕ ਇਮੇਜ ਤੁਹਾਡਾ ਬਣਿਆ। ਤੇ ਬੱਲੇ ਬੱਲੇ ਕਹਿੰਦੇ ਜੀ ਪੰਜਾਬੀਆਂ ਨੇ ਬੜੀਆਂ ਮੱਲਾਂ ਮਾਰੀਆਂ ਦੂਜੇ ਮੁਲਕਾਂ ਵਿੱਚ, ਤੇ ਪੰਜਾਬੀ ਆਪਣੇ ਮੁਲਕ 'ਚ ਕਿਉਂ ਨਹੀਂ ਮੱਲਾਂ ਮਾਰ ਸਕਦੇ? ਬਹੁਤ ਵੱਡਾ ਸਵਾਲ। ਹਾਂਜੀ, ਇਹ ਕਿਉਂ ਨਹੀਂ ਮਾਰ ਸਕਦੇ? ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ, ਇੱਥੇ ਤੁਸੀਂ ਇਲੈਕਸ਼ਨ ਵੀ ਲੜਦੇ ਰਹੇ, ਤੁਸੀਂ ਕਈ ਇਲੈਕਸ਼ਨ ਜਿੱਤੀਆਂ ਵੀ ਨੇ, ਕਈ ਹਾਰੀਆਂ ਵੀ ਨੇ। ਮੈਂ ਅਕਸਰ ਦੇਖਦਾ ਹੁੰਦਾ ਜਦੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਹੋ, ਤੁਹਾਡਾ ਲੀਡਰ ਹੈ ਉਹ ਵੱਖ-ਵੱਖ ਡਿਬੇਟਸ ਤੇ ਜਾਂਦੇ ਆ, ਲੋਕ ਉੱਥੋਂ ਦੇਖਦੇ ਆ, ਕਈ ਤਾਂ ਡਿਸਾਈਡਡ ਵੋਟਰ ਨੇ, ਜਿਹੜੇ ਅਨਡਿਸਾਈਡਰ ਨੇ ਉਹ ਦੇਖਦੇ ਆ ਕਿ ਕਿਹੜੇ ਲੀਡਰ ਨੇ ਕੀ ਗੱਲ ਆਖੀ ਹੈ। ਕਿ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਟ੍ਰੈਂਡ ਹੋਣਾ ਚਾਹੀਦਾ? ਬਾਕੀ ਜਦੋਂ ਸਾਰਾ ਕੁਝ ਹੋ ਰਿਹਾ ਉਹ ਕਹਿੰਦੇ ਨੇ ਸਾਡਾ ਤੇ ਕੈਨੇਡਾ ਨਾਲ ਹੁਣ ਫਰਕ ਕੋਈ ਨਹੀਂ ਰਿਹਾ, ਕੀ ਲੀਡਰਸ ਨੂੰ ਡਿਬੇਟ ਕਰਨੀ ਚਾਹੀਦੀ ਹੈ? ਉਹ ਤਾਂ ਸਗੂਫੇ ਛੱਡਦੇ ਆ ਜੀ। ਅੱਜ ਕਿਤੇ ਰੈਲੀ 'ਚ ਉੱਥੇ ਵੀ ਮੈਂ ਬੈਠਾ, ਕਿਉਂਕਿ ਕਿਰਾਏ ਤੇ ਲੈ ਕੇ ਗਏ ਨੇ। ਸਾਡੇ ਲੋਕਾਂ ਦੀ ਵੀ ਜ਼ਮੀਰ ਲਗਭਗ ਲੱਗਦਾ ਮਰੀ ਹੋਈ ਆ। ਬੋਤਲ ਪਿੱਛੇ, ਇੱਕ ਸ਼ਰਾਬ ਦੇ ਪਿੱਛੇ ਵੋਟ ਪਾਉਂਦਾ ਜਿਹੜਾ, ਉਹ ਬੰਦਾ ਕਿਵੇਂ ਕਹੂਗਾ ਮੇਰੇ ਵਾਸਤੇ ਆਹ ਕੰਮ ਕਰ ਦਿਓ? ਤੁਸੀਂ ਦੇਖੋ 70 ਸਾਲਾਂ ਬਾਅਦ ਵੀ ਅਸੀਂ ਗਲੀਆਂ ਬਣਾਵਾਂਗੇ, ਨਾਲੀਆਂ ਬਣਾਵਾਂਗੇ। 70 ਸਾਲਾਂ 'ਚ ਗਲੀਆਂ ਨਾਲੀਆਂ ਨਹੀਂ ਬਣੀਆਂ। ਆ ਹੈਲਥ ਦੀ, ਐਜੂਕੇਸ਼ਨ ਦੀ ਗੱਲ ਤਾਂ ਮੈਨੂੰ ਲੱਗਦਾ ਦੂਰ ਹੈ ਜੀ। ਦੇਖੋ ਸਿਸਟਮ ਦੇ ਵਿੱਚ 4-5 ਗੱਲਾਂ ਬੜੀਆਂ ਇੰਪੋਰਟੈਂਟ ਨੇ, ਰੋਟੀ, ਕੱਪੜਾ, ਮਕਾਨ ਤੇ ਜਿਹੜੀ ਇਹਨਾਂ ਤੁਹਾਡੀ ਸੇਫਟੀ। ਇਹ 4 ਚੀਜ਼ਾਂ ਜਿਹੜਾ ਪ੍ਰੋਵਿੰਸ ਜਾਂ ਜਿਹੜਾ ਮੁਲਕ ਨਹੀਂ ਪ੍ਰੋਵਾਈਡ ਕਰ ਸਕਦਾ ਉਹਨੇ ਅੱਗੇ ਨਹੀਂ ਜਾਣਾ। ਇਸ ਜਿਹੜੀਆਂ ਗੱਲਾਂ ਨੇ ਨਾ ਇਸ ਮੁਲਕ ਵਿੱਚ ਤੇ ਸਾਰਿਆਂ ਵਾਸਤੇ ਹੈਗੀਆਂ, ਠੀਕ ਹੈ। ਆਪਾਂ ਗੱਲ ਤੇ ਇੱਥੋਂ ਦੀ, ਕਿਉਂਕਿ ਸਿਸਟਮ ਸਾਨੂੰ ਪਤਾ, ਪਰ ਜੇ ਉੱਥੇ ਗੱਲ ਕੀ ਹੈ ਕਿ ਇੱਥੇ ਵੀ ਸੋਸ਼ਲ ਸਿਕਿਉਰਿਟੀ ਹੈਗੀ, ਕਿ ਜਿਹਨੂੰ ਪੈਨਸ਼ਨ ਮਿਲਦੀ ਹੈ, ਠੀਕ ਹੈ, ਉਹ ਪੈਨਸ਼ਨ ਮਿਲਣੀ ਚਾਹੀਦੀ ਹੈ। ਜਿਨ੍ਹਾਂ ਨੂੰ ਡਿਸੇਬਿਲਟੀ ਇਸ਼ੂਜ਼ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਜਿਨ੍ਹਾਂ ਨੂੰ ਹੈਲਥ ਕੇਅਰ ਬਾਰੇ ਜਿਹੜੀ ਸਰਵਿਸ ਮਿਲਣੀ ਚਾਹੀਦੀ ਹੈ। ਪਰ ਉਹ ਜਿਹੜੀ ਪਾਲਿਸੀ ਹੈ ਨਾ, ਉਹਨੂੰ ਤੁਸੀਂ ਇੱਕ ਪਾਸੇ ਲਿਆ ਕੇ ਤੇ ਐਟਲੀਸਟ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਤਾਂ ਕੋਈ ਸਟਰਕਚਰ ਨਹੀਂ ਹੈਗਾ, ਕਿਉਂਕਿ ਜੋ ਮੂੰਹ 'ਚ ਆਉਂਦਾ ਉਹ ਬੋਲੀ ਜਾ, ਉਹ ਬੋਲ ਕੇ ਉਹਨੇ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ? ਤੁਸੀਂ ਕਹੋ ਵੀ ਮੈਂ ਕਰੋੜਾਂ ਡਾਲਰ ਖਰਚ ਕਰ ਦੇਣੇ, ਆਉਣੇ ਕਿੱਥੋਂ ਨੇ? ਕਿਸੇ ਨਾ ਕਿਸੇ ਦਾ ਪਤਾ ਖਰਚ ਹੈ ਹੀ ਨਹੀਂ। ਐਬਸੋਲੂਟਲੀ, ਕਿਉਂਕਿ ਉਹਦਾ ਕੋਈ ਅਕਾਊਂਟੇਬਿਲਿਟੀ ਹੈ ਨਹੀਂ, ਕੋਈ ਪਤਾ ਨਹੀਂ। 5 ਬੰਦੇ ਉੱਠ ਕੇ ਬੋਲਤੇ, ਨਾਰਾ ਮਾਰਤਾ, ਕਿਸੇ ਦੀ ਕੁਰਸੀ ਚੁੱਕ ਕੇ ਲੈ ਗਏ, ਕਿਸੇ ਦੀ ਕੁਰਸੀ ਚੇਂਜ ਕਰਤੀ, ਉੱਥੇ ਬੰਦੇ 4, ਮੈਂ ਇੱਕ ਸਟੇਜ ਤੇ ਵੇਖਿਆ 4 ਬੰਦੇ ਬੈਠੇ ਨੇ ਤੇ ਚਾਰੇ ਬੰਦਿਆਂ ਦਾ ਮੂੰਹ, ਇੱਕ ਦਾ ਮੂੰਹ ਉੱਤਰ ਵੱਲ, ਇੱਕ ਪੱਛਮ ਵੱਲ, ਇੱਕ ਦਾ ਅੱਗੇ, ਕਦੀ ਪਿੱਛੇ। ਜਿਹੜਾ ਬੰਦਾ ਬੋਲਦਾ ਪਿਆ ਉਹਦੀ ਕੋਈ ਗੱਲ ਨਹੀਂ ਸੁਣਦੇ ਪਏ। 15-20 ਬੰਦੇ ਨਾਰੇ ਮਾਰ ਕੇ ਗੱਲਬਾਤ ਕਰ। ਇਹ ਜਿਹੜਾ ਨਾ, ਮੈਨੂੰ ਹਮੇਸ਼ਾ ਅਸੀਂ ਇਲੈਕਸ਼ਨਾਂ ਛੋਟੇ ਹੁੰਦੇ ਹਾਂ ਇਲੈਕਸ਼ਨਾਂ ਦੇਖਦੇ ਰਹੇ ਹਾਂ। ਸਾਡੀ ਪਰਸਨਲ ਫੈਮਿਲੀ ਵਿੱਚ ਵੀ ਪਾਰਟਿਸਿਪੇਟ ਕਰਦੇ ਰਹੇ ਨੇ, ਕੈਬਨਿਟ ਮੰਤਰੀ ਵੀ ਰਹੇ ਨੇ ਪਹਿਲਾਂ, ਹੁਣ ਵੀ ਖੜੇ ਨੇ ਸਾਡੇ ਵਿੱਚੋਂ, ਮੇਰੇ ਕਜ਼ਨਸ ਖੜੇ ਨੇ। ਤੇ ਪਰ ਜਿਹੜੀ ਗੱਲ ਹੈ ਨਾ, ਉਹ ਕੋਈ ਗੱਲਬਾਤ ਬਣਦੀ ਨਹੀਂ ਪਈ। ਜਿਹੜੀ ਨਾ ਤੁਹਾਨੂੰ ਹੁੰਦਾ ਵੀ ਮੈਂ ਜੇ ਕੋਈ ਕਿਸੇ ਨੇ ਕਹਿਣਾ ਵੀ ਕੀ ਕਰੋਗੇ, ਉਹਨਾਂ ਦਾ ਇਹ ਨਹੀਂ ਹੈਗਾ ਕੰਮ ਵੀ ਲੋਕਾਂ ਨਾਲ ਕੀ ਵਿਚਾਰ ਕਰਨਾ। ਤੇ ਜਿਹੜੀ ਹੁਣ ਇਹ ਸਪੋਜ਼ ਹੋ ਸਕਦਾ ਵੀ ਪਹੁੰਚੋ ਕਿ ਜੇ ਹੁਣ ਆਪਾਂ ਇੱਥੇ ਬੈਠੇ ਹਾਂ ਤੇ ਆਟਵਾ ਨੂੰ ਗਾਲਾਂ ਕੱਢੀ ਜਾਂਦੇ, ਕਿਸ ਤਰ੍ਹਾਂ ਕਾਮਯਾਬੀ ਹੋਣੀ ਹੈ ਨਾ? ਉੱਥੇ ਉਹ ਦਿੱਲੀ ਨੂੰ ਗਾਲਾਂ ਕੱਢੀ ਜਾਂਦੇ ਸਾਰੇ, ਉਹ ਦਿੱਲੀ ਵਾਲੇ ਨੂੰ ਕਹੀ ਜਾਣਗੇ ਇਹ ਠੀਕ ਨਹੀਂ, ਦਿੱਲੀ ਵਾਲਾ ਕਹਿੰਦਾ। ਡਾਕਟਰ ਸਾਹਿਬ ਮੈਂ ਕਈ ਵਾਰੀ ਮਹਿਸੂਸ ਕਰਦਾ ਹੁੰਦਾ, ਉਹ ਦਿੱਲੀ ਨੂੰ ਇਹ ਸਮਝਦੇ ਨੇ ਜਿਵੇਂ ਦਿੱਲੀ ਅਫਗਾਨਿਸਤਾਨ ਹੋਵੇ। ਹੁਣ ਤੁਸੀਂ ਦੇਖੋ ਕਿ ਜੇ ਕੋਈ ਸਰੀ 'ਚ ਆ ਕੇ ਜਸਟਿਨ ਟਰੂਡੋ ਆ ਕੇ ਤੁਹਾਡੇ ਹੱਕ 'ਚ ਪ੍ਰਚਾਰ ਕਰਨੇ, ਤਾਂ ਉਹ ਜੀ ਆਟਵਾਲ ਆ ਕੇ ਇੱਥੇ ਕਿਵੇਂ ਬੋਲ ਰਿਹਾ? ਜਾਂ ਤਾਂ ਕੋਈ ਇੱਕ ਵੀ ਬੰਦਾ ਦੱਸੇ ਕਿ ਦਿੱਲੀੋਂ ਹਕੂਮਤ ਕਦੇ ਚੱਲੀ ਨਹੀਂ। ਤੁਹਾਡੀ ਜੇ ਨੀਅਤ ਤੇ ਨੀਤੀ 'ਚ ਖੋਟ ਆ, ਮੈਨੂੰ ਲੱਗਦਾ ਫਿਰ ਪੰਜਾਬ ਦਾ ਕੁਝ ਨਹੀਂ ਬਣਨਾ। ਆਪਣੇ ਕੋਲ 30 ਸੈਕਿੰਡ ਦਾ ਟਾਈਮ ਫਰੇਮ ਹੈ ਜੀ, ਅਖੀਰ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਇਹੋ ਹੀ ਹੈ ਕਿ ਅਸੀਂ ਸਾਰੇ ਇੱਥੇ ਜਿਹੜੇ ਲੋਕ ਬੈਠੇ ਨੇ ਬਹੁਤ ਕਨਫਿਊਜ਼ ਨੇ ਐਕਚੁਅਲੀ, ਤੇ ਥੋੜ੍ਹੇ ਜਿਹੇ ਫਰਸਟ੍ਰੇਟਡ ਵੀ ਨੇ। ਮੈਂ ਸਮਝਦਾ ਵੀ ਕਿਉਂਕਿ ਕਈ ਵਾਰੀ ਹੋ ਸਕਦਾ ਬਾਕੀ ਪਲੇਟਫਾਰਮਾਂ ਤੋਂ ਵੀ ਲੋਕਾਂ ਨੂੰ ਟਾਈਮ ਮਿਲਦਾ ਹੋਏ। ਇਹੋ ਹੀ ਹੈ ਵੀ ਚਾਹੀਦਾ ਵੀ ਉਹਨਾਂ ਨੂੰ ਮੈਸੇਜ ਥੋੜ੍ਹਾ ਜਿਹਾ ਫੋਕਸ ਕਰੋ, ਤੇ ਜਿਹੜਾ 5-6 ਦਿਨਾਂ ਵਿੱਚ ਉਹ ਤੇ ਉਹਨਾਂ ਨੇ ਫੈਸਲਾ ਕਰਨਾ। ਪਰ ਮੇਰੇ ਹਿਸਾਬ ਨਾਲ ਜਾਪਦਾ ਵੀ ਇਹ ਗੱਲ ਜਿਹੜੀ ਨਾ ਖਿਚੜੀ ਜੀ ਬਣਨੀ ਹੈ, ਤੇ ਉਹਦੇ ਵਿੱਚੋਂ ਕੁਝ ਮਿਲਣਾ ਨਹੀਂ, ਤੇ ਲੰਬੇ ਸਮੇਂ ਵਾਸਤੇ ਹੋ ਸਕਦਾ ਵੀ ਰਾਸ਼ਟਰਪਤੀ ਰਾਜ ਲੱਗ ਜੇ, ਕੁਝ ਨਾ ਕੁਝ। ਤੇ ਜਦੋਂ ਸਟੇਬਲ ਗਵਰਨਮੈਂਟ ਨਹੀਂ ਬਣੀ, ਫਿਰ ਨੈਗੋਸ਼ੀਏਸ਼ਨ ਹੋਣੀ ਹੈ, ਫਿਰ ਲੈਣ ਦੇਣ ਹੋ ਜਾਂਦਾ, ਫਿਰ ਗੱਲ ਨਹੀਂ ਬਣਦੀ, ਖਰੀਦੋ ਫਰੋਖਤ ਵੀ ਹੁੰਦੀ ਹੈ ਇਸ ਵਾਰੀ ਨਾ। ਫਿਰ ਕਿਉਂਕਿ ਉਹ ਚੰਗਾ ਉਹਨਾਂ ਨੇ ਕਾਨੂੰਨ ਇੱਕ ਪਾਸ ਕੀਤਾ ਵੀ ਤੁਸੀਂ ਉਹ ਸਾਰੇ ਜਾਣੇ ਜਿੱਤ ਕੇ ਉਹ ਤੁਹਾਨੂੰ
ਨੰਬਰ ਹੁੰਦਾ ਕੋਈ ਸਪੈਸ਼ਲ ਤੁਸੀਂ ਤਾਂ ਹੀ ਜੁਆਇਨ ਕਰ ਸਕਦੇ ਹੋ, ਉਹ ਤੇ ਉਹਨਾਂ ਨੇ ਕੰਮ ਕਰ ਛੱਡਿਆ। ਪਰ ਮੈਨੂੰ ਜਾਪਦਾ ਵੀ ਸਾਡੇ ਇਹ ਜਿਹੜਾ ਨਾ 20 ਤਰੀਕ ਤੋਂ ਬਾਅਦ ਥੋੜਾ ਮੁਸ਼ਕਲ ਹੋਣਾ, ਮੇਰੇ ਸਾਹ ਕੋਈ ਕਲੈਰਿਟੀ ਨਹੀਂ ਹੈਗੀ। ਜੀ ਸੋ ਡਾਕਟਰ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਹੈ ਪੋਲਿਟਿਕਸ ਦੇ ਉੱਤੇ, ਪੰਜਾਬ ਦੀ ਦੇ ਉੱਤੇ ਖਾਸ ਕਰਕੇ ਆਪਣੇ ਵਿਚਾਰ ਦਿੱਤੇ ਨੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਦੋਸਤੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਖਾਸ ਮੁਲਾਕਾਤ। ਪੰਜਾਬ ਦੇ ਵਿੱਚ ਕੀ ਹੋਣ ਵਾਲਾ ਹੈ, ਕੀ NRI ਸੋਚਦੇ ਨੇ, ਜਾਂ ਕੈਨੇਡਾ ਤੋਂ ਕੀ ਉਹਨਾਂ ਲੀਡਰਾਂ ਨੂੰ ਜਾਂ ਉੱਥੋਂ ਦੇ ਵੋਟਰਸ ਨੂੰ ਇਸ ਵਕਤ ਸਮਝਣ ਦੀ ਜ਼ਰੂਰਤ ਹੈ। ਕਿਉਂ ਬਾਹਰ ਬੈਠਾ ਬੰਦਾ ਉੱਥੋਂ ਦੇ ਸਿਸਟਮ ਦੇ ਉੱਤੇ ਕਟਾਕਸ਼ ਕਰਦਾ ਹੈ, ਕਿਉਂਕਿ ਉਹਨੇ ਦੋਵੇਂ ਸਿਸਟਮ ਦੇਖ ਲਏ। ਉਹਨੂੰ ਵੀ ਲੱਗਦਾ ਜੇਕਰ ਸਾਨੂੰ ਸਾਫ਼ ਸੁਥਰਾ ਇੱਥੇ ਕਾਰਜ ਪ੍ਰਣਾਲੀ, ਰਾਜ ਮਿਲ ਰਿਹਾ ਹੈ, ਪ੍ਰਬੰਧ ਮਿਲ ਰਿਹਾ ਹੈ, ਸ਼ਾਸਨ ਪ੍ਰਸ਼ਾਸਨ ਮਿਲ ਰਿਹਾ ਹੈ, ਤਾਂ ਫਿਰ ਜਿੱਥੇ ਉੱਥੋਂ ਅਸੀਂ ਆਏ ਹਾਂ ਤੇ ਉੱਥੇ ਵੀ ਇਹ ਮਿਲੇ। ਸ਼ਾਇਦ ਇਸ ਕਰਕੇ ਸਾਰੇ ਤੜਫਦੇ ਨੇ ਤੇ ਉਹਨਾਂ ਦੇ ਦਿਲ ਦੇ ਵਿੱਚ ਪੰਜਾਬ ਧੜਕਦਾ ਰਹਿੰਦਾ ਹੈ। ਸੋ ਲੱਗਦਾ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।